Hello everyone, welcome to the session. I hope you all are doing fine. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੈ। ਆਪਾਂ ਕਰਨ ਜਾ ਰਹੇ ਹਾਂ 6th ਕਲਾਸ ਦਾ ਦੂਜਾ ਲੈਸਨ ਟਾਈਮ ਮੈਨੇਜਮੈਂਟ, ਜਿਹਦਾ ਮਤਲਬ ਹੁੰਦਾ ਹੈ ਸਮੇਂ ਦੀ ਕਦਰ ਕਰਨਾ। ਇੰਟਰੋਡਕਸ਼ਨ ਸ਼ੁਰੂ ਕਰਦੇ ਹਾਂ। ਡੂ ਯੂ ਨੋ ਕਿ ਤੁਹਾਨੂੰ ਪਤਾ ਹੈ? ਡੀਅਰ ਸਟੂਡੈਂਟਸ, ਪਿਆਰੇ ਬੱਚਿਓ, there was a child, एक बच्चा सी, an honest child, एक ईमानदार बच्चा, who was innocent, जो बहुत साऊ सी, बहुत निर्दोष सी, but was never punctual, पर वो कदे भी समय दे पाबंद नहीं सी, कदे भी समय दी कदर नहीं सी करता। He used to be late in everything, ਉਹ ਹਰ ਚੀਜ਼ ਵਿੱਚ ਦੇਰ ਕਰਦਾ ਸੀ। He used to be late in getting up, ਉਹ ਉੱਠਣ ਵਿੱਚ ਵੀ ਦੇਰ ਹੋ ਜਾਂਦੀ ਸੀ, ਉਹਨੂੰ ਦੇਰ ਕਰ ਦਿੰਦਾ ਸੀ ਸਵੇਰੇ ਉੱਠਣ ਵਿੱਚ। He used to be late in going to bed, ਤੇ ਉਸਨੂੰ ਸੌਣ ਵਿੱਚ ਵੀ ਦੇਰ ਹੋ ਜਾਂਦੀ ਸੀ। He used to be late in reaching the school, ਤੇ ਉਸਨੂੰ ਸਕੂਲ ਪਹੁੰਚਣ ਵਿੱਚ ਵੀ ਦੇਰ ਹੋ ਜਾਂਦੀ ਸੀ। He used to be late in coming back home, ਤੇ ਘਰ ਵਾਪਸ ਆਉਣ ਵਿੱਚ ਵੀ ਉਹ ਦੇਰ ਕਰਦਾ ਸੀ। He used to be late in finishing his school assignment, ਤੇ ਉਹ ਆਪਣਾ ਸਕੂਲ ਦਾ ਕੰਮ ਜਾਂ ਸਕੂਲ ਦੀ ਜ਼ਿੰਮੇਵਾਰੀ ਨਿਪਟਾਉਣ ਵਿੱਚ ਵੀ ਦੇਰ ਕਰਦਾ ਸੀ। He used to be late in playing with mates, ਤੇ ਉਹ ਸਾਥੀਆਂ ਨਾਲ ਖੇਡਣ ਵਿੱਚ ਵੀ ਦੇਰ ਕਰਦਾ ਸੀ। What was the reason? ਕੀ ਕਾਰਨ ਸੀ? He was never punctual, ਉਹ ਕਦੇ ਵੀ ਸਮੇਂ ਦਾ ਪਾਬੰਦ ਨਹੀਂ ਸੀ, ਸਮੇਂ ਦੀ ਕਦਰ ਨਹੀਂ ਕਰਦਾ ਸੀ। Do you know who was he? ਕੀ ਤੁਹਾਨੂੰ ਪਤਾ ਹੈ ਉਹ ਕੌਣ ਸੀ? Is that child you? ਕੀ ਉਹ ਬੱਚਾ ਤੁਸੀਂ ਹੋ? ਮੈਨੂੰ ਤਾਂ ਬਿਲਕੁਲ ਨਹੀਂ ਲੱਗਦਾ ਕਿ ਉਹ ਤੁਸੀਂ ਹੋ। ਮੈਨੂੰ ਤਾਂ ਇੰਜ ਜਾਪਦਾ ਜਿਵੇਂ ਤੁਸੀਂ ਸਵੇਰੇ ਵੀ ਜਲਦੀ ਉੱਠ ਜਾਂਦੇ ਹੋ, ਸਾਰੇ ਕੰਮ ਸਾਜਰੇ ਸਾਜਰੇ ਕਰ ਲੈਂਦੇ ਹੋ, ਟਾਈਮ ਸਿਰ ਕਰ ਲੈਂਦੇ ਹੋ ਤੇ ਸਮੇਂ ਦੀ ਕਦਰ ਵੀ ਕਰਦੇ ਹੋ। ਤੇ ਇੱਥੇ ਲਿਖਿਆ ਹੈ let us introspect, ਆਓ ਆਪਾਂ ਆਪਣੇ ਬਾਰੇ ਹੋਰ ਜਾਣਦੇ ਹਾਂ। Do we just spend the available time or make proper use of it? ਕਿ ਅਸੀਂ ਸਿਰਫ ਉਪਲਬਧ ਸਮਾਂ ਬਿਤਾਉਂਦੇ ਹਾਂ ਜਾਂ ਇਸ ਦੀ ਸਹੀ ਵਰਤੋਂ ਕਰਦੇ ਹਾਂ? Let us introspect and see how happy our lives will be if we finish every task on time. ਆਓ ਆਪਾਂ ਨਿਰੀਖਣ ਕਰੀਏ ਅਤੇ ਵੇਖੀਏ ਕਿ ਜੇ ਅਸੀਂ ਹਰ ਕੰਮ ਸਮੇਂ ਸਿਰ ਕਰਦੇ ਹਾਂ ਜਾਂ ਸਮੇਂ ਸਿਰ ਪੂਰਾ ਕਰ ਲੈਂਦੇ ਹਾਂ ਤਾਂ ਸਾਡੀ ਜ਼ਿੰਦਗੀ ਕਿੰਨੀ ਖੁਸ਼ਹਾਲ ਹੋ ਜਾਏਗੀ। If we learn to value time, ਜੇ ਅਸੀਂ ਸਮੇਂ ਦੀ ਕਦਰ ਕਰਨੀ ਸਿੱਖ ਜਾਂਦੇ ਹਾਂ, then our worth will also increase, ਤਾਂ ਸਾਡੀ ਕੀਮਤ ਵੀ ਵੱਧ ਜਾਏਗੀ। ਤੇ ਦੱਸਿਆ ਗਿਆ ਵੀ ਬਹੁਤ ਜ਼ਰੂਰੀ ਹੈ ਸਮੇਂ ਦੀ ਕਦਰ ਕਰਨਾ। ਹੁਣ ਇੱਥੇ ਲਿਖਿਆ my daily schedule, ਮੇਰਾ ਰੋਜ਼ਾਨਾ ਕਾਰਜਕ੍ਰਮ ਵੀ ਮੈਂ ਰੋਜ਼ਾਨਾ ਕੀ ਕਰਦਾ ਹਾਂ। Dear students, ਪਿਆਰੇ ਬੱਚਿਓ, let us make our daily timetable ਜਾਂ schedule, ਆਓ ਆਪਾਂ ਆਪਣਾ ਰੋਜ਼ਾਨਾ ਕਿਵੇਂ ਸਮੇਂ ਬਤੀਤ ਕਰਦੇ ਹਾਂ ਉਹਦਾ ਟਾਈਮ ਟੇਬਲ ਬਣਾਉਂਦੇ ਹਾਂ। ਸਭ ਤੋਂ ਪਹਿਲਾਂ ਇੱਥੇ ਲਿਖਿਆ I get up at dash in the morning, ਮੈਂ ਸਵੇਰੇ ਕਿੰਨੇ ਵਜੇ ਉੱਠਦਾ ਹਾਂ? ਮੈਂ ਸਵੇਰੇ 6 ਵਜੇ ਉੱਠਦਾ ਹਾਂ, 6 AM। My name is, ਮੇਰਾ ਨਾਮ ਹੈ ਅਮਨ। I finish my school assignment at 4 PM, 4 ਵਜੇ ਤੱਕ ਮੈਂ ਆਪਣੇ ਸਕੂਲ ਦਾ ਕੰਮ ਵੀ ਕਰ ਲੈਂਦਾ ਹਾਂ। I go to bed at 9 PM, ਮੈਂ 9 ਵਜੇ ਸੌਣ ਚਲਾ ਜਾਂਦਾ ਹਾਂ। I reach school at 7:30 AM, ਸਵੇਰੇ 7:30 ਵਜੇ ਮੈਂ ਸਕੂਲ ਵੀ ਪਹੁੰਚ ਜਾਂਦਾ। ਠੀਕ ਹੈ ਬੱਚਿਓ, ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਪੜ੍ਹ ਸਕਦੇ ਹੋ। ਅੱਗੇ ਲਿਖਿਆ ਹੈ Am I a smart student or a lazy one? ਕਿ ਮੈਂ ਇੱਕ ਹੁਸ਼ਿਆਰ ਵਿਦਿਆਰਥੀ ਹਾਂ ਕਿ ਆਲਸੀ ਵਿਦਿਆਰਥੀ ਹਾਂ? ਆਓ ਦੇਖਦੇ ਹਾਂ। Let us find out now who is a smart student and who is a lazy student. ਆਓ ਹੁਣ ਇਹ ਪਤਾ ਕਰੀਏ ਕਿ ਕੌਣ ਹੁਸ਼ਿਆਰ ਵਿਦਿਆਰਥੀ ਹੈ ਅਤੇ ਕੌਣ ਆਲਸੀ ਹੈ। You have to take only one option
out of never, sometimes, always in the table given below. ਤੇ ਹੁਣ ਤੁਹਾਨੂੰ ਹੇਠਾਂ ਦਿੱਤੀ ਜਿਹੜੀ ਸਾਰਣੀ ਹੈ ਉਹਦੇ ਵਿੱਚ ਕਦੇ ਨਹੀਂ ਯਾਨੀ never, sometimes ਦਾ ਮਤਲਬ ਕਦੇ ਕਦੇ, always ਦਾ ਮਤਲਬ ਹਮੇਸ਼ਾ, ਵਿੱਚ ਸਿਰਫ ਇੱਕ ਵਿਕਲਪ ਤੇ ਟਿਕ ਮਾਰਕ ਲਾਣਾ ਹੈ। ਆਓ ਦੇਖਦੇ ਹਾਂ। I get up early in the morning. ਮੈਂ ਸਵੇਰੇ ਜਲਦੀ ਉੱਠਦਾ ਹਾਂ। ਹਮੇਸ਼ਾ ਜੀ, always. I reach school on time. मैं स्कूल समय सिर पहुंचता हाँ, बिल्कुल। I take my meals on scheduled time. मैं अपना भोजन निर्धारित समय ते खांदा हाँ। हो जाती है गड़बड़ तो मैं समटाइम्स कह सकती हूँ। I finish my school assignments on time. मैं अपने स्कूल दे कार्ड्स नू समय सिर पूरा करता हाँ। ये तां जी हमेशा ही करता। I go to play at a specific time. मैं एक खास समय ते खेडन जांदा हाँ। हाँ जी, हमेशा। I go to bed at night after packing my school bag properly. अपने स्कूल दे बस्ते नू बंद करके पैक करन तो बाद ही रात नू मैं सोन जांदा हाँ। ये भी बिल्कुल ठीक है। I properly maintain iron my school uniform before going to bed at night. मैं अपनी स्कूल दी वर्दी नू सही तरीके नाल इस्त्री करदा हाँ, रखदा हाँ रात नू, फिर ही मैं सोन जांदा हाँ। हाँ जी, हमेशा। हुण इत्थे आपां अपने नंबर बनाने हैं। जे तां तुसी always ते मार्क कीता है तो तुहाडे 3 नंबर हो जाणगे, जे समटाइम्स ते कीता है तो 2, ते जे नेवर ते कीता है तो 1 नंबर। मैं अपना स्कोर लिख दिंदी हां भी मेरे किन्ने नंबर बने। 1 2 3 4 5 6 7 8 9 10 11 12 13 14 15 16 17 18 19 20। मेरा स्कोर तां जी 20 बनिया। तुसी हुण अपने बारे जरूर दस्सिओ भी तुहाडा किन्ना स्कोर बनिया। ਇੱਥੇ ਲਿਖਿਆ ਹੈ what efforts would you make to increase your score? ਤੁਸੀਂ ਆਪਣੇ ਸਕੋਰ ਜਾਂ ਨੰਬਰਾਂ ਨੂੰ ਵਧਾਉਣ ਲਈ ਕੀ ਯਤਨ ਕਰੋਗੇ? ਮੈਂ ਤਾਂ ਜੀ ਇਹ ਜ਼ਰੂਰ ਕਰਾਂਗੀ ਵੀ ਜਿਹੜਾ ਮੈਂ ਖਾਣਾ ਸਮੇਂ ਸਿਰ ਨਹੀਂ ਖਾਂਦੀ ਉਹ ਜ਼ਰੂਰ ਸਮੇਂ ਸਿਰ ਖਾਣਾ ਸ਼ੁਰੂ ਕਰਦਾ। From now onwards I'll start to eat या have my food on time. समय सिर खाना खाना शुरू कर दांगी। Also I will eat nutritious food. ਵਧੀਆ ਖਾਣਾ ਖਾਵਾਂਗੀ। ਠੀਕ ਹੈ ਬੱਚੋ। ਅੱਗੇ ਹੈਗੀ ਹੈ ਐਕਟੀਵਿਟੀ roll the dice and learn the value of time. ਇਹ ਡਾਈਸ ਹੈਗੀ ਹੈ ਬੱਚੋ ਜਿਹੜੀ ਆਪਾਂ ਲੂਡੋ ਵਿੱਚ ਖੇਲਦੇ ਆ। ਡਾਈਸ ਰੋਲ ਕਰੋ ਅਤੇ ਸਮੇਂ ਦੀ ਕੀਮਤ ਸਿੱਖੋ। ਜਿਵੇਂ ਹੁਣ ਸਭ ਤੋਂ ਪਹਿਲਾਂ 1 ਆਇਆ, ਫਿਰ 2 ਆਇਆ, 3 ਆਇਆ ਤੇ ਆਪਾਂ ਕੀ ਸਿੱਖਿਆ ਆਓ ਦੇਖਦੇ ਹਾਂ। Dear students, प्यारे बच्चों, divide yourselves into 6 teams. अपने आप ਨੂੰ 6 ਟੀਮਾਂ ਵਿੱਚ ਵੰਡੋ। Roll a die on the table and see the number. ਉਸ ਤੋਂ ਬਾਅਦ ਟੇਬਲ ਤੇ ਇਹ ਜਿਹੜੀ ਗੀਟੀ ਹੈਗੀ ਹੈ ਉਹਨੂੰ ਰੋਲ ਕਰੋ ਜਾਂ ਉਹਨੂੰ ਛੱਡੋ ਤੇ ਨੰਬਰ ਵੇਖੋ ਕਿੰਨਾ ਆਂਦਾ ਹੈ। The number on the die represents the team that has to respond and answer the question as given in the following table. ਤੇ ਉਸ ਤੋਂ ਬਾਅਦ ਉਸ ਟੀਮ ਦੀ ਵਾਰੀ ਆ ਜਾਏਗੀ ਜਿੰਨਾ ਵੀ ਨੰਬਰ ਉਸ ਗੀਟੀ ਤੇ ਆਏਗਾ ਫਿਰ ਉਹ ਨੰਬਰ ਦੇਖ ਕੇ ਉਸ ਸਵਾਲ ਦਾ ਜਵਾਬ ਦਿੱਤਾ ਜਾਏਗਾ ਉਸ ਟੀਮ ਵੱਲੋਂ। ਜਿਵੇਂ ਦੇਖੋ ਹੁਣ 6 ਟੀਮਾਂ ਹੈਗੀਆਂ ਨੇ, ਠੀਕ ਹੈ, 1 2 3 4 5 6। ਹੁਣ ਜਦ ਤੁਸੀਂ ਗੀਟੀ ਛੱਡੋਗੇ ਤਾਂ ਜਿੰਨਾ ਵੀ ਨੰਬਰ ਆਏਗਾ ਉਹ ਟੀਮ ਦੀ ਵਾਰੀ ਆ ਜਾਏਗੀ ਤੇ ਉਹ ਉਸ ਸਵਾਲ ਦਾ ਜਵਾਬ ਦੇਣਗੇ। ਮੰਨ ਲਓ ਪਹਿਲਾਂ ਫਰਸਟ ਟੀਮ ਦੀ ਵਾਰੀ ਹੈਗੀ ਹੈ ਤੇ ਉਹਨੇ ਗੀਟੀ ਸਿੱਟੀ ਤਾਂ ਉਹਨਾਂ ਦਾ ਨੰਬਰ ਆ ਗਿਆ 5 ਤੇ ਉਹ ਪੰਜਵਾਂ ਸਵਾਲ ਜਿਹੜਾ ਹੈਗਾ ਉਹਦਾ ਉੱਤਰ ਦੇਣਗੇ। ਫਿਰ ਦੂਜੀ ਟੀਮ ਦੀ ਵਾਰੀ ਆਈ, ਉਹਨਾਂ ਨੇ ਗੀਟੀ ਛੱਡੀ, ਉਹਨਾਂ ਦਾ ਨੰਬਰ ਆ ਗਿਆ 6 ਤੇ ਉਹ 6ਵੇਂ ਪ੍ਰਸ਼ਨ ਦਾ ਉੱਤਰ ਦੇਣਗੇ। ਠੀਕ ਹੈ ਬੱਚਿਓ, ਚਲੋ ਆਪਾਂ ਸ਼ੁਰੂ ਕਰਦੇ ਹਾਂ। ਆਪਾਂ ਸਾਰੇ ਸਵਾਲਾਂ ਦੇ ਜਵਾਬ ਆਪ ਹੀ ਦਵਾਂਗੇ। ਸਭ ਤੋਂ ਪਹਿਲਾ ਸਵਾਲ ਹੈਗਾ
How did people in ancient times estimate time? ਇੱਥੇ ਦੱਸਿਆ ਗਿਆ ਵੀ ਪ੍ਰਾਚੀਨ ਸਮੇਂ ਦੇ ਲੋਕਾਂ ਨੇ ਸਮੇਂ ਦਾ ਅਨੁਮਾਨ ਕਿਵੇਂ ਲਾਇਆ ਹੋਏਗਾ। ਉਹ ਕਿਵੇਂ ਲਾਉਂਦੇ ਸੀ ਵੀ ਕਿੰਨਾ ਸਮੇਂ ਹੋ ਗਿਆ। ਇਹ ਤਾਂ ਬੱਚਿਓ ਪਤਾ ਕਿਵੇਂ ਲਾਉਂਦੇ ਸੀ, ਜਿਵੇਂ ਸ਼ੈਡੋ ਹੋ ਗਈ, ਪਰਛਾਈ ਦੇਖ ਕੇ, ਜਾਂ ਜਿਹੜੇ ਸਾਡੇ ਸਿਤਾਰੇ ਹੈਗੇ ਨੇ ਉਹਨਾਂ ਦੀ ਪੋਜੀਸ਼ਨ ਦੇਖ ਕੇ ਉਹ ਅਨੁਮਾਨ ਲਾਉਂਦੇ ਸੀ। ਜਾਂ ਤੁਸੀਂ ਕਹਿ ਸਕਦੇ ਹੋ ਸਨ ਡਾਇਲ ਦੇ ਨਾਲ ਇੱਕ ਨਾ ਡਿਵਾਈਸ ਹੁੰਦਾ ਹੈ ਜਿਹਦੇ ਨਾਲ ਸਮੇਂ ਦਾ ਪਤਾ ਲੱਗ ਜਾਂਦਾ ਹੈ, ਪਰਛਾਈ ਦੇਖ ਕੇ, ਸ਼ੈਡੋ ਦੇਖ ਕੇ। ਤੇ ਆਪਾਂ ਲਿਖ ਦਾਂਗੇ measuring shadows, sundial ਘੜੀ ਵਰਗਾ ਹੁੰਦਾ ਹੈ, ਜਾਂ ਫਿਰ position of stars, ਸਿਤਾਰਿਆਂ ਦੀ ਥਾਂ ਦੇਖ ਕੇ ਵੀ ਉਹ ਕਿੱਥੇ ਹੈਗੇ ਨੇ, ਇਹਦੇ ਨਾਲ ਸਮੇਂ ਦਾ ਪਤਾ ਲੱਗ ਜਾਂਦਾ ਹੈ। ਅਗਲਾ ਸਵਾਲ ਹੈ describe some natural things around you that are always punctual। ਆਪਣੇ ਆਲੇ ਦੁਆਲੇ ਦੀਆਂ ਕੁਝ ਕੁਦਰਤੀ ਚੀਜ਼ਾਂ ਦਾ ਵਰਣਨ ਕਰੋ ਜੋ ਹਮੇਸ਼ਾ ਸਮੇਂ ਦੇ ਪਾਬੰਦ ਹੁੰਦੀਆਂ ਨੇ। ਇਹ ਤਾਂ ਮੈਂ ਦੱਸ ਸਕਦੀ ਹਾਂ, ਜਿਵੇਂ ਸਨ ਹੋ ਗਿਆ, ਮੂਨ ਹੋ ਗਏ, ਸੀਜ਼ਨਸ ਹੋ ਗਏ, ਮੌਸਮ। ਠੀਕ ਹੈ ਬੱਚਿਓ, ਹੋਰ ਵੀ ਚੀਜ਼ਾਂ ਆ ਜਾਣਗੀਆਂ। ਅਗਲਾ ਹੈ tell about some people around you who are always punctual। ਆਪਣੇ ਆਲੇ ਦੁਆਲੇ ਦੇ ਕੁਝ ਲੋਕਾਂ ਬਾਰੇ ਦੱਸੋ ਜੋ ਹਮੇਸ਼ਾ ਸਮੇਂ ਦੇ ਪਾਬੰਦ ਹੁੰਦੇ ਨੇ, ਜੋ ਹਮੇਸ਼ਾ ਸਮੇਂ ਦੀ ਕਦਰ ਕਰਦੇ ਨੇ। ਮੈਂ ਲਿਖ ਸਕਦੀ ਹਾਂ my teacher, ਮੇਰੇ ਅਧਿਆਪਕ, parents ਤੇ ਨਾਲ ਦੀ ਨਾਲ grandparents। ਸਮੇਂ ਦੀ ਬਹੁਤ ਕਦਰ ਕਰਦੇ ਨੇ। What if one day the sun forgets to be punctual in rising up? ਉਦੋਂ ਕੀ ਹੋਏਗਾ ਜੇ ਇੱਕ ਦਿਨ ਸੂਰਜ ਚੜ੍ਹਦੇ ਸਮੇਂ ਸਮੇਂ ਦਾ ਪਾਬੰਦ ਹੋਣਾ ਭੁੱਲ ਜਾਏ ਜਾਂ ਸਮੇਂ ਦੀ ਕਦਰ ਨਾ ਕਰੇ। ਉਸ ਟਾਈਮ ਇਹ ਹੋਏਗਾ ਬੱਚਿਓ ਵੀ ਨਾਈਟ ਟਾਈਮ ਜਿਹੜਾ ਹੈ, ਰਾਤ ਦਾ ਸਮਾਂ, ਉਹ ਵੱਧ ਜਾਏਗਾ ਤੇ ਜਿਹੜਾ ਦਿਨ ਦਾ ਸਮਾਂ ਹੈ ਉਹ ਘਟ ਜਾਏਗਾ, ਕਿਉਂਕਿ ਸੂਰਜ ਨਿਕਲਿਆ ਹੀ ਨਹੀਂ। ਤੇ ਆਪਾਂ ਲਿਖਾਂਗੇ ਨਾਈਟ ਟਾਈਮ will increase and daytime will be reduced, ਘਟ ਜਾਏਗਾ। What will happen if one day the sun forgets to set? ਤੇ ਕੀ ਹੋਵੇਗਾ ਜੇ ਇੱਕ ਦਿਨ ਸੂਰਜ ਡੁੱਬਣਾ ਭੁੱਲ ਜਾਵੇ? ਆਪਾਂ ਇਹ ਕਹਾਂਗੇ ਕਿ there will be no night, ਫਿਰ ਰਾਤ ਹੋਏਗੀ ਵੀ ਨਹੀਂ। ਚੰਦ ਦਿਖੇਗਾ ਹੀ ਨਹੀਂ ਸਾਨੂੰ। What if one day your teachers forget to reach the school on time? ਉਦੋਂ ਕੀ ਜੇ ਇੱਕ ਦਿਨ ਤੁਹਾਡੇ ਅਧਿਆਪਕ ਸਮੇਂ ਸਿਰ ਸਕੂਲ ਪਹੁੰਚਣਾ ਭੁੱਲ ਜਾਣ? ਇਹਦੇ ਨਾਲ ਕੀ ਹੋਏਗਾ? loss of studies, ਪੜ੍ਹਾਈ ਨਹੀਂ ਹੋਏਗੀ ਤੇ ਨਾਲ ਦੀ ਨਾਲ ਡਿਸਟਰਬ ਹੋ ਜਾਏਗਾ ਸਾਰਾ ਦਾ ਸਾਰਾ ਸਕੇਡਿਊਲ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਟਾਈਮ ਟੇਬਲ। ਠੀਕ ਹੈ ਬੇਟਾ। ਅੱਗੇ ਹੈ now try to know more about the importance of punctuality। ਹੁਣ ਸਮੇਂ ਦੀ ਕਦਰ ਕਰਨ ਬਾਰੇ, ਉਹਦੀ ਮਹੱਤਤਾ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰੋ। discuss with your classmates, ਆਪਣੇ ਸਹਿਪਾਠੀਆਂ ਨਾਲ ਚਰਚਾ ਕਰੋ। teachers, parents and gather more information about time management। ਆਪਣੇ ਸਹਿਪਾਠੀਆਂ ਨਾਲ ਚਰਚਾ ਕਰੋ, ਅਧਿਆਪਕਾਂ ਨਾਲ ਕਰੋ, ਮਾਪਿਆਂ ਨਾਲ ਕਰੋ ਅਤੇ ਸਮੇਂ ਦੀ ਕਦਰ ਕਰਨ ਬਾਰੇ ਵਧੇਰੀ ਜਾਣਕਾਰੀ ਇਕੱਠੀ ਕਰੋ। Note down the gathered information in your own words। ਤੇ ਇਕੱਠੀ ਹੋਈ ਜਾਣਕਾਰੀ ਨੂੰ ਨੋਟ ਕਰਕੇ ਇੱਥੇ ਆਪਣੇ ਸ਼ਬਦਾਂ ਵਿੱਚ ਲਿਖੋ। ਸਭ ਤੋਂ ਪਹਿਲਾਂ ਜੋ ਮੈਂ ਸਿੱਖਿਆ ਉਹ ਇਹ ਹੈ ਵੀ ਜੇ ਤੁਸੀਂ ਸਮੇਂ ਦੀ ਕਦਰ ਕਰਦੇ ਹੋ ਤਾਂ ਤੁਸੀਂ ਸੈਲਫ ਕੌਨਫੀਡੈਂਟ ਹੁੰਦੇ ਹੋ, ਜਿਹਦਾ ਮਤਲਬ ਹੁੰਦਾ ਹੈ ਆਤਮ ਵਿਸ਼ਵਾਸ ਵੱਧਦਾ ਹੈ। It builds our self confidence। ਦੂਜੀ ਗੱਲ, it shapes our personality and makes the students more cultured। ਇਹ ਸਾਡੀ ਸ਼ਖਸੀਅਤ ਨੂੰ
ਵਧੀਆ ਰੂਪ ਦਿੰਦਾ ਹੈ ਤੇ ਵਿਦਿਆਰਥੀਆਂ ਨੂੰ ਵਧੇਰੇ ਸ਼ਖਸੀਅਤ ਬਣਾਉਂਦਾ ਹੈ। It cultured मतलब ज्यादा ਵਧੀਆ, ਜਿਹਨੂੰ ਇੱਜ਼ਤ ਕਰਨੀ ਆਂਦੀ ਹੋਏ ਦੂਜਿਆਂ ਦੀ। It is key to success and fame, ਇਹ ਸਫਲਤਾ ਅਤੇ ਪ੍ਰਸਿੱਧੀ ਦੀ ਕੁੰਜੀ ਹੈ। ਚੌਥਾ, it is key aspect of professionalism, ਇਹ ਪੇਸ਼ੇਵਰਤਾ ਦਾ ਮੁੱਖ ਪਹਿਲੂ ਹੈ। ਪ੍ਰੋਫੈਸ਼ਨਲਿਜ਼ਮ ਹੁੰਦਾ ਹੈ ਜੋ ਕੰਮ ਕਰਦੇ ਨੇ ਉਹ ਕਿੰਨੇ ਵਧੀਆ ਨੇ ਉਸ ਕੰਮ ਦੇ ਵਿੱਚ। ਸਮੇਂ ਸਿਰ ਜਿਵੇਂ ਤੁਹਾਡੇ ਅਧਿਆਪਕ ਪਹੁੰਚ ਜਾਂਦੇ ਨੇ, ਸਕੂਲ ਕੰਮ ਕਰਦੇ ਨੇ, ਸਾਰਾ ਸਮੇਂ ਸਿਰ ਕਾਪੀਆਂ ਚੈੱਕ ਕਰਦੇ ਨੇ, ਉਹਨੂੰ ਪ੍ਰੋਫੈਸ਼ਨਲਿਜ਼ਮ ਕਹਿੰਦੇ ਨੇ। ਠੀਕ ਹੈ। ਅਗਲਾ, it helps improve our efficiency, ਇਹ ਸਾਡੀ ਕੁਸ਼ਲਤਾ ਨੂੰ ਸੁਧਾਰਨ ਵਿੱਚ ਵੀ ਸਹਾਇਤਾ ਕਰਦਾ ਹੈ। ਐਫੀਸ਼ੀਐਂਸੀ ਦਾ ਮਤਲਬ ਹੁੰਦਾ ਹੈ ਵਧੀਆ ਤਰੀਕੇ ਨਾਲ, ਸੰਪੂਰਨ ਤਰੀਕੇ ਨਾਲ ਕੋਈ ਵੀ ਕੰਮ ਕਰਨਾ। ਤੇ ਛੇਵਾਂ ਹੈ it enhances self dignity, ਇਹ ਸਵੈ-ਮਾਣ ਵਧਾਉਂਦਾ ਹੈ। ਅੱਗੇ ਲਿਖਿਆ ਟਾਈਮ ਮੈਨੇਜਮੈਂਟ, ਸਮੇਂ ਦੀ ਕਦਰ ਕਰਨਾ, ਸਮੇਂ ਸਿਰ ਸਾਰੇ ਕੰਮ ਕਰਨਾ। ਫਰਸਟ ਪ੍ਰਾਇੋਰਿਟੀ, ਸੈਕੰਡ ਪ੍ਰਾਇੋਰਿਟੀ ਔਰ ਥਰਡ ਪ੍ਰਾਇੋਰਿਟੀ, ਜਿਹਦਾ ਮਤਲਬ ਹੈ ਸਭ ਤੋਂ ਜ਼ਰੂਰੀ ਕੰਮ ਪਹਿਲਾ, ਦੂਜਾ ਤੇ ਫਿਰ ਤੀਜੀ ਕੀ ਪ੍ਰਾਇੋਰਿਟੀ ਹੈ। ਡੀਅਰ ਸਟੂਡੈਂਟਸ, प्यारे विद्यार्थियों, we get 24 hours daily and thus 60 minutes every hour and 60 seconds every minute। ਤੇ ਇੱਥੇ ਦੱਸਿਆ ਗਿਆ ਅਸੀਂ ਰੋਜ਼ਾਨਾ 24 ਘੰਟੇ ਪ੍ਰਾਪਤ ਕਰਦੇ ਹਾਂ ਅਤੇ ਇਸ ਪ੍ਰਕਾਰ ਹਰ ਘੰਟੇ ਵਿੱਚ 60 ਮਿੰਟ ਹੁੰਦੇ ਨੇ ਤੇ 1 ਮਿੰਟ ਦੇ ਵਿੱਚ 60 ਸੈਕਿੰਡ ਹੁੰਦੇ ਨੇ। Just think, जरा सोचो, how much time do we have each day to make our lives better? ਸਾਡੇ ਜੀਵਨ ਨੂੰ ਬਿਹਤਰ ਬਣਾਉਣ ਲਈ ਸਾਡੇ ਕੋਲ ਹਰ ਰੋਜ਼ ਕਿੰਨਾ ਸਮਾਂ ਹੈ। So we need to manage our time wisely, ਇਸ ਲਈ ਸਾਨੂੰ ਆਪਣੇ ਸਮੇਂ ਦਾ ਸਮਝਦਾਰੀ ਨਾਲ ਵਰਤੋਂ ਕਰਨੀ ਚਾਹੀਦੀ ਹੈ ਜਾਂ ਉਹਦੀ ਕਦਰ ਕਰਨੀ ਚਾਹੀਦੀ ਹੈ, ਇਸ ਦੀ ਜ਼ਰੂਰਤ ਹੈ। We must learn to prioritize our tasks, ਸਾਨੂੰ ਆਪਣੇ ਕਾਰਜਾਂ ਜਾਂ ਆਪਣੇ ਕੰਮਾਂ ਨੂੰ ਕਿੰਨੀ ਜ਼ਰੂਰਤ ਹੈਗੀ ਹੈ ਉਸ ਅਨੁਸਾਰ ਕਰਨਾ ਚਾਹੀਦਾ ਹੈ। ਜਿਹੜੇ ਬਹੁਤ ਜ਼ਰੂਰੀ ਕੰਮ ਹੈਗੇ ਨੇ ਉਹ ਪਹਿਲਾਂ ਕਰਨੇ ਚਾਹੀਦੇ ਨੇ, ਉਹਨਾਂ ਨੂੰ ਜ਼ਿਆਦਾ ਮਹੱਤਤਾ ਦੇਣੀ ਚਾਹੀਦੀ ਹੈ। We must organize our assignments by keeping these on our first, second or third priorities। ਇੱਥੇ ਇਹ ਵੀ ਦੱਸਿਆ ਗਿਆ ਹੈ ਵੀ ਸਾਨੂੰ ਜਿਹੜੇ ਵੀ ਕੰਮ ਸਕੂਲੋਂ ਦਿੱਤੇ ਜਾਂਦੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਕਾਰਜਾਂ ਨੂੰ ਕਰਨਾ ਚਾਹੀਦਾ ਹੈ, ਉਹਨਾਂ ਨੂੰ ਮੁਕਾਉਣਾ ਚਾਹੀਦਾ ਹੈ। Here are some essential tips to manage the available time। ਤੇ ਕੁਝ ਜ਼ਰੂਰੀ ਸੁਝਾਅ ਉਪਲਬਧ ਨੇ ਸਮੇਂ ਦਾ ਕਦਰ ਕਰਨ ਲਈ, ਸਮੇਂ ਦੀ ਆਦਰ ਕਰਨ ਲਈ ਕੀ ਕਰਨਾ ਚਾਹੀਦਾ ਹੈ। A part, which task is most urgent? ਕਿਹੜਾ ਕੰਮ ਸਭ ਤੋਂ ਜ਼ਰੂਰੀ ਹੈ ਪਹਿਲਾਂ ਉਹ ਦੇਖੋ। B, which task can be postponed for a while or what can be done later? ਫਿਰ ਆ ਸੋਚੋ ਵੀ ਕਿਹੜਾ ਕੰਮ ਕੁਝ ਸਮੇਂ ਲਈ ਟਾਲਿਆ ਜਾ ਸਕਦਾ ਹੈ ਜਾਂ ਮੁਲਤਵੀ ਕੀਤਾ ਜਾ ਸਕਦਾ ਹੈ ਜਾਂ ਥੋੜੀ ਦੇਰ ਬਾਅਦ ਕੀਤਾ ਜਾ ਸਕਦਾ ਹੈ ਜਿਹਦਾ ਨੁਕਸਾਨ ਨਾ ਹੋਏ।
तीजा, how much time is to be allotted for different works? ਵੱਖ-ਵੱਖ ਕੰਮਾਂ ਲਈ ਕਿੰਨਾ ਸਮਾਂ ਦੇਣਾ ਚਾਹੀਦਾ ਹੈ। ਅਲੋਟ ਕਰਨਾ ਮਤਲਬ ਸਮਾਂ ਦੇਣਾ ਚਾਹੀਦਾ ਹੈ। ਇਹ ਵੀ ਬਹੁਤ ਜ਼ਰੂਰੀ ਹੈ। ਇਹ ਤਾਂ ਨਹੀਂ ਹੋ ਸਕਦਾ ਵੀ ਇੱਕੇ ਕੰਮ ਨੂੰ ਆਪਾਂ 3-4 ਘੰਟੇ ਲੱਗੇ ਰਹੀਏ। ਤੇ ਸਮੇਂ ਸਿਰ ਕਰਨਾ ਤੇ ਸਮੇਂ ਦੀ ਕਦਰ ਕਰਨਾ ਬਹੁਤ ਜ਼ਰੂਰੀ ਹੈ। ਆ ਦੇਖੋ, ਫਰਸਟ ਪ੍ਰਾਇੋਰਿਟੀ, ਸਭ ਤੋਂ ਪਹਿਲੀ ਜ਼ਰੂਰਤ ਇਹ ਹੈਗੀ ਹੈ, ਸਭ ਤੋਂ ਉੱਤੇ ਕੰਮ ਜੋ ਕਰਨੇ ਨੇ, ਮੋਸਟ ਅਰਜੈਂਟ ਟਾਸਕ, ਬਹੁਤ ਜ਼ਰੂਰੀ ਕੰਮ ਸਭ ਤੋਂ ਪਹਿਲਾਂ ਕਰੋ। ਫਿਰ ਆ ਜਾਂਦਾ ਹੈ ਦੂਜੇ ਨੰਬਰ ਤੇ ਸੈਕਿੰਡ ਪ੍ਰਾਇੋਰਿਟੀ, ਅਸੈਂਸ਼ੀਅਲ ਟਾਸਕ, ਜ਼ਰੂਰੀ ਕੰਮ। ਮੋਸਟ ਅਸੈਂਸ਼ੀਅਲ, ਬਹੁਤ ਜ਼ਰੂਰੀ, ਅਸੈਂਸ਼ੀਅਲ ਫਿਰ ਜ਼ਰੂਰੀ। ਥਰਡ ਪ੍ਰਾਇੋਰਿਟੀ ਮਾਈਨਰ ਟਾਸਕ, ਤੀਜੇ ਨੰਬਰ ਤੇ ਆ ਜਾਂਦਾ ਹੈ ਛੋਟੇ ਮੋਟੇ ਕੰਮ। ਠੀਕ ਹੈ ਬੱਚਿਓ, ਇੱਥੇ ਲਿਖਿਆ ਹੈ to make proper use of the available time we should organize our tasks into most urgent tasks and minor tasks and so on। ਉਪਲਬਧ ਸਮੇਂ ਦੀ ਸਹੀ ਵਰਤੋਂ ਕਰਨ ਲਈ ਸਾਨੂੰ ਆਪਣੇ ਕਾਰਜਾਂ ਨੂੰ ਬਹੁਤ ਜ਼ਰੂਰੀ ਕੰਮ, ਜ਼ਰੂਰੀ ਕਾਰਜ ਅਤੇ ਛੋਟੇ ਕਾਰਜਾਂ ਵਿੱਚ ਸੰਗਠਿਤ ਕਰਨਾ ਚਾਹੀਦਾ ਹੈ। The work should be done based on this division by proper time management। ਤੇ ਸਮੇਂ ਦੀ ਸਹੀ ਵਰਤੋਂ ਕਰਦੇ ਹੋਏ ਇਸ ਵੰਡ ਦੇ ਆਧਾਰ ਤੇ ਕੰਮ ਕੀਤੇ ਜਾਣੇ ਚਾਹੀਦੇ ਨੇ। ਫਿਰ ਉਸ ਦਾ ਕੀ ਫਾਇਦਾ ਹੋਏਗਾ, ਆਓ ਦੇਖੀਏ। Benefits of time management, ਸਮੇਂ ਦਾ ਆਦਰ, ਸਮੇਂ ਦਾ ਪਾਲਣ ਕਰਨ ਦੇ ਕੀ ਲਾਭ, ਕੀ ਫਾਇਦੇ ਹਨ। Read, understand and fill in the blanks। ਇਹਨੂੰ ਖਾਲੀ ਥਾਵਾਂ ਨੂੰ ਪੜੋ, ਸਮਝੋ ਅਤੇ ਭਰੋ ਨਾ। ਇੱਥੇ ਕੁਝ ਸ਼ਬਦ ਦਿੱਤੇ ਹੋਏ ਨੇ, ਜਿਵੇਂ ਵਾਈਜ਼ਰ, ਉਹ ਹੈਗਾ ਬੁੱਧੀਮਾਨ, ਫੇਡਸ ਫਿੱਕਾ ਪੈਣਾ, ਇਨਹੈਂਸਿਸ ਵਧਾਉਣਾ, ਬੈਟਰ ਬਿਹਤਰ, ਮੋਰ ਹੋਰ। ਬੈਨੀਫਿਟਸ ਆਫ ਟਾਈਮ ਮੈਨੇਜਮੈਂਟ, ਸਮੇਂ ਦਾ ਆਦਰ ਕਰਨ ਦੇ ਕੀ ਲਾਭ ਹੈਗੇ ਨੇ। ਸਭ ਤੋਂ ਪਹਿਲਾ ਪ੍ਰਸ਼ਨ ਹੈਗਾ the mental stress dash away। ਮਾਨਸਿਕ ਤਣਾਵ ਕੀ ਹੁੰਦਾ ਹੈ? ਮਾਨਸਿਕ ਤਣਾਵ fades away। ਦੂਜਾ, individual becomes dash responsible। ਜਿਹੜਾ ਵਿਅਕਤੀ ਹੈ ਉਹ ਜ਼ਿੰਮੇਦਾਰ ਬਣ ਜਾਂਦਾ ਹੈ। ਕੀ ਬਣ ਜਾਂਦਾ ਹੈ? ਹੋਰ ਜ਼ਿੰਮੇਦਾਰ, ਜੇ ਉਹ ਸਮੇਂ ਦੀ ਕਦਰ ਕਰੇ। ਪਰਫਾਰਮੈਂਸ ਬਿਕਮਸ ਬੈਟਰ, ਅਸੀਂ ਹੋਰ ਵਧੀਆ ਕੰਮ ਕਰ ਸਕਦੇ ਹਾਂ। ਪਰਸਨ ਬਿਕਮਸ ਨੌਲੇਜੇਬਲ ਡੈਸ਼ ਐਂਡ ਸੈਂਸਿਬਲ, ਵਿਅਕਤੀ ਗਿਆਨਵਾਨ, ਸਮਝਦਾਰ ਤੇ ਹੋਰ ਕੀ ਬਣ ਜਾਂਦਾ ਹੈ? ਵਾਈਜ਼ਰ। ਵਾਈਜ਼ਰ ਦਾ ਮਤਲਬ ਹੁੰਦਾ ਹੈ ਬੁੱਧੀਮਾਨ। ਸੈਲਫ ਕੌਨਫੀਡੈਂਸ, ਆਤਮ ਵਿਸ਼ਵਾਸ enhances, enhances ਦਾ ਮਤਲਬ ਵਧਦਾ ਹੈ। ਅੱਗੇ ਲਿਖਿਆ ਬੱਚਿਓ, my planner for important assignments of the day, ਜਿਹਦਾ ਮਤਲਬ ਹੈ ਦਿਨ ਦੀਆਂ ਮਹੱਤਵਪੂਰਨ ਜ਼ਿੰਮੇਵਾਰੀਆਂ ਲਈ ਮੇਰੀ ਯੋਜਨਾ। ਕੀ ਹੈਗੀ ਹੈ, ਆਓ ਦੇਖਦੇ ਹਾਂ। Now try to make your timetable planner mentioning your urgent tasks for the day as suggested below and assign a star to yourself when you successfully finish your assignment on time। ਹੁਣ ਆਪਣੇ ਟਾਈਮ ਟੇਬਲ ਨੂੰ ਬਣਾਉਣ ਲਈ ਤੁਹਾਨੂੰ ਇੱਕ ਦਿਨ ਵਿੱਚ ਤੁਹਾਡੇ ਕਿਹੜੇ ਜ਼ਰੂਰੀ ਕੰਮ ਹੈਗੇ ਨੇ ਉਹਨਾਂ ਦਾ ਜ਼ਿਕਰ ਕਰਨਾ ਹੈ ਤੇ ਕੋਸ਼ਿਸ਼ ਕਰਨੀ ਹੈ ਵੀ ਉਹ ਸਮੇਂ ਸਿਰ ਕੀਤੇ ਜਾਣ। ਜੇ ਤੁਸੀਂ ਉਹ ਕੰਮ ਸਮੇਂ ਸਿਰ ਕਰ ਲੈਂਦੇ ਹੋ, ਉਸ ਤੋਂ ਬਾਅਦ ਤੁਸੀਂ ਇੱਥੇ ਸਟਾਰ ਲਾ ਦੇਣਾ। ਠੀਕ ਹੈ, ਆਪਣੀ ਜ਼ਿੰਮੇਵਾਰੀ ਜਦ ਤੁਸੀਂ ਪੂਰੀ ਕਰ ਲੈਂਦੇ ਹੋ। ਅਸਾਈਨਮੈਂਟ ਮਤਲਬ ਕੋਈ ਵੀ ਕਾਰਜ, ਜ਼ਰੂਰੀ ਨਹੀਂ ਹੈ ਜੋ ਹੋਮਵਰਕ ਸਕੂਲੋਂ ਮਿਲਿਆ ਹੋਏ, ਕੋਈ ਵੀ ਕਾਰਜ ਜੇ ਤੁਸੀਂ ਟਾਈਮ ਸਿਰ ਕਰ ਲੈਂਦੇ ਹੋ ਤਾਂ ਤੁਹਾਨੂੰ ਮਿਲੇਗਾ ਸਟਾਰ। Then calculate how many total stars you earned during the week for a particular task। ਤੇ ਫਿਰ ਤੁਸੀਂ ਗਿਣਨਾ ਹੈ ਵੀ ਤੁਹਾਨੂੰ ਕਿੰਨੇ ਸਟਾਰ ਮਿਲੇ ਇਸ ਹਫਤੇ ਦੌਰਾਨ, ਕੁੱਲ ਕਿੰਨੇ ਸਟਾਰ ਬਣੇ ਜਦ ਤੁਸੀਂ ਕੰਮ ਸਮੇਂ ਸਿਰ ਕਰ ਲਿਆ। ਇੱਥੇ ਤੁਸੀਂ ਲਿਖੋਗੇ ਆਪਣਾ ਨਾਮ, ਜਿਵੇਂ ਅਮਨ,
ਜਮਾਤ ਕਲਾਸ 6th ਤੇ ਡੇਟ ਮੰਨ ਲਓ ਤੁਸੀਂ ਪਾਤੀ 2/2/2022। ਹੁਣ टास्क ਕਾਰਜ ਕੀ ਹੋ ਸਕਦਾ ਹੈ? ਵੇ ਸਭ ਤੋਂ ਪਹਿਲਾ ਕਾਰਜ ਹੋ ਜਾਏਗਾ ਵੇਕ ਅਪ, ਸਮੇਂ ਸਿਰ ਉੱਠਣਾ। ਜੇ ਤੁਸੀਂ ਰੋਜ਼ ਸਮੇਂ ਸਿਰ ਉੱਠ ਜਾਂਦੇ ਹੋ, ਮੰਡੇ ਟਿਊਜ਼ਡੇ ਵੈਨਸਡੇ ਥਰਸਡੇ ਫਰਾਈਡੇ ਸੈਟਰਡੇ ਸੰਡੇ, ਫਿਰ ਆਪਣੇ ਆਪ ਨੂੰ ਤੁਸੀਂ ਇੱਕ ਸਟਾਰ ਦੇ ਲਿਓ। ਦੂਜਾ ਕਾਰਜ ਹੋ ਜਾਏਗਾ ਬ੍ਰੇਕਫਾਸਟ ਕਰਨਾ। ਇਹ ਬਹੁਤ ਜ਼ਰੂਰੀ ਹੈ, ਵਧੀਆ ਖਾਣਾ ਖਾਣਾ। ਉਸ ਤੋਂ ਬਾਅਦ ਕਲੀਨ ਅਪ, ਰੋਜ਼ ਨਹਾਣਾ ਧੋਣਾ। ਬ੍ਰਸ਼ ਟੀਥ। ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਪੜ੍ਹਾਈ ਕਰਨਾ, ਐਜੂਕੇਸ਼ਨ, ਸਕੂਲ ਜਾਣਾ ਜਾਂ ਟਾਈਮ ਸਿਰ ਘਰ ਆਣਾ। ਉਸ ਤੋਂ ਬਾਅਦ ਖੇਡਣਾ, ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਫਿਰ ਸੋਣਾ, ਸਲੀਪ, ਜਾਂ ਤੁਸੀਂ ਕਹਿ ਸਕਦੇ ਹੋ ਥੋੜੀ ਦੇਰ ਲਈ ਝਪਕੀ ਲੈਣਾ, ਉਹਨੂੰ ਆਪਾਂ ਨੈਪ ਕਹੀਦਾ, ਜਿਹਦੇ ਨਾਲ ਵਾਪਸ ਤੁਸੀਂ ਫਰੈਸ਼ ਮਹਿਸੂਸ ਕਰਦੇ ਹੋ, ਤਾਜ਼ਾ ਮਹਿਸੂਸ ਕਰਦੇ ਹੋ। ਉਸ ਤੋਂ ਬਾਅਦ ਆਪਣਾ ਹੋਮਵਰਕ ਕਰਨਾ। ਫਿਰ ਬਾਹਰ ਖੇਡਣ ਜਾਣਾ, ਆਊਟਸਾਈਡ ਪਲੇ। ਤਾਜ਼ੀ ਹਵਾ ਖਾਣੀ ਬਹੁਤ ਜ਼ਰੂਰੀ ਹੈ। डिनर करना, ठीक है। उस तो बाद तुसी लिख सकते हो बैग पैक करना ते अपनी ड्रेस तैयार करनी। ते जे तुसी ये सारे कार्ज समय सिर कर ले तो इत्थे तुहानू मिल जाएगा स्टार ते तुसी लाने अपने सिग्नेचर, जिहदा मतलब हुंदा है तुसी इत्थे अपने साइन करने ने, दस्तखत करने ने। अगे लिखिया है बच्चों थिंक एंड राइट, सोचो अते लिखो। What efforts did you make to be punctual according to your timetable? अपने timetable ਨੂੰ follow ਕਰਨ ਲਈ ਜਾਂ ਉਹਦੇ ਹਿਸਾਬ ਨਾਲ ਚੱਲਣ ਲਈ ਤੁਸੀਂ ਕਿਹੜੀਆਂ ਕੋਸ਼ਿਸ਼ਾਂ ਕੀਤੀਆਂ? ਪੰਚੁਅਲ ਹੋਣ ਲਈ ਜਿਹੜੀਆਂ ਕੋਸ਼ਿਸ਼ਾਂ ਮੈਂ ਕੀਤੀਆਂ, ਸਭ ਤੋਂ ਪਹਿਲਾਂ made a priority लिस्ट, भी केड़े काम करने बहुत ज्यादा जरूरी ने। दूजा नो दी इम्पोर्टेंस ऑफ पंचुअलिटी, भी कितना जरूरी हैगा है पंचुअल होना। जे तुहाडे कोल एक वधिया कारण हैगा है पंचुअल होने दा, जिहदा मतलब समय दी कदर करना, फिर तुसी बहुत ज्यादा अपनी आदतां नू पक्का कर लोगे, फिर तुहानू कोई डर नहीं होएगा, ठीक है। उस तो बाद तीजी गल यूज अ टाइमर, घड़ी ते भी ध्यान देना, ये नहीं भी एक ही काम ते लगे रहना। चौथा फॉलो माय टाइम टेबल, जिहड़ा मैं टाइम टेबल बनाया उन्होंने जरूर फॉलो करना, ਉਹਦੇ ਹਿਸਾਬ ਨਾਲ ਚੱਲਣਾ। ਪੰਜਵਾਂ ਬੀ ਪ੍ਰੀਪੇਅਰਡ, ਤਿਆਰ ਰਹਿਣਾ। ਟੂ ਬੀ ਔਨ ਟਾਈਮ, ਜਿਹਦਾ ਮਤਲਬ ਹੈ ਤਿਆਰੀ ਕਰਕੇ ਪਹਿਲਾਂ ਹੀ ਰੱਖ ਲੈਣਾ, ਤਾਂ ਜੋ ਕਿਸੇ ਵੀ ਕੰਮ ਵਜੋਂ ਤੁਸੀਂ ਲੇਟ ਨਾ ਹੋਵੋ। ਮੰਨ ਲਓ ਤੁਸੀਂ ਕੱਲ ਸਕੂਲ ਜਾਣਾ ਹੈ, ਤਾਂ ਮੈਂ ਕੋਸ਼ਿਸ਼ ਕਰਦੀ ਹਾਂ ਵੀ ਰਾਤੀ ਆਪਣੀ ਡਰੈਸ ਤਿਆਰ ਹੋ ਜਾਏ, ਸਕੂਲ ਬੈਗ ਤਿਆਰ ਹੋ ਜਾਏ। ਜੇ ਟਿਫਨ ਦੀ ਗੱਲ ਆਏ ਤਾਂ ਜ਼ਰੂਰ ਹੈ कि जब तुसी घरों बाहर निकलो तद ना तुसी टिफन अपने बैग विच पाओ, हमेशा घर दे अंदर ही रह के अपना ब्रेकफास्ट भी करो ते नाल दी नाल अपना टिफिन दा डब्बा भी अपने बैग दे विच पाओ, जिहदा मतलब है समय तो पहला ही सारी तैयारी करके रख लेनी। ते नाल दी नाल 6वां पॉइंट आपां ये लिख सकते हैं ऑलवेज लीव ऑन टाइम, जिहदा मतलब है समय सिर घरों निकलना, ताजो तुसी अगे जाके लेट ना हो, कोई भी बहाना ना मिले। ये नहीं भी 8 बजे स्कूल लगना है तो मैं 7:30 तो बहुत देर बाद निकला, है ना, तो ये तो बहुत गलत हो जाएगा। या 2 मिनट पहला ही 8 बजे तो मैं निकल जा, तो ये सारिया गल्लां सानू छड्डनियां पैणगियां। ते 7वां सेट अप
ਰਿਮਾਈਂਡਰਸ। ਮੰਨ ਲਓ ਤੁਸੀਂ ਕੋਈ ਚੀਜ਼ ਭੁੱਲ ਜਾਂਦੇ ਹੋ ਤਾਂ ਮੈਂ ਪਰਚੀਆਂ ਲਾ ਕੇ ਰੱਖ ਲੈਂਦੀ ਆ ਵੀ ਹੁਣ ਅਗਲਾ ਕੰਮ ਇਹ ਕਰਨਾ ਹੈ, ਇਹ ਕਰਨਾ ਹੈ, ਤਾਂ ਜੋ ਤੁਸੀਂ ਕੋਈ ਵੀ ਆਪਣੀ ਲਿਸਟ ਵਿੱਚੋਂ ਕੰਮ ਨਾ ਭੁੱਲੋ। ਠੀਕ ਹੈ ਬੱਚਿਓ। ਤੇ 8ਵਾਂ ਕੰਮ ਇਹ ਹੈ, ਮੰਨ ਲਓ ਤੁਹਾਡੇ ਤੋਂ ਕੋਈ ਕੰਮ ਸਮੇਂ ਅਨੁਸਾਰ ਨਹੀਂ ਹੋਇਆ ਤਾਂ ਤੁਸੀਂ ਹਾਰ ਨਹੀਂ ਮੰਨਣੀ। ਇਹ ਹਮੇਸ਼ਾ ਯਾਦ ਰੱਖਣਾ ਹੈ, ਪ੍ਰੈਕਟਿਸ, ਕੋਸ਼ਿਸ਼ ਕਰਦੇ ਰਹੋ till you succeed। जब तक ਤੁਹਾਨੂੰ ਸਫਲਤਾ ਨਹੀਂ ਮਿਲ ਜਾਂਦੀ ਉਨੀ ਦੇਰ ਤੱਕ ਕੋਸ਼ਿਸ਼ ਜ਼ਰੂਰ ਕਰਦੇ ਰਹੋ। Second question, describe a situation in which you felt embarrassed or suffered a loss for reaching late। ਉਸ ਸਥਿਤੀ ਦਾ ਵਰਣਨ ਕਰੋ ਜਿਸ ਵਿੱਚ ਤੁਹਾਨੂੰ ਦੇਰ ਨਾਲ ਪਹੁੰਚਣ ਤੇ ਸ਼ਰਮਿੰਦਗੀ ਮਹਿਸੂਸ ਹੋਈ ਹੋਵੇ ਜਾਂ ਨੁਕਸਾਨ ਹੋਇਆ ਹੋਵੇ। ਦੇਖਿਓ ਬੱਚੋ, ਹਰ ਕਿਸੇ ਨੂੰ ਸ਼ਰਮਿੰਦਗੀ ਹੁੰਦੀ ਹੈ ਜਦੋਂ ਲੇਟ ਜਾਏ ਜਾਂ ਫਿਰ ਲੇਟ ਕੰਮ ਕਰੇ, ਹੈ ਨਾ। ਤਾਂ ਹੋਇਆ ਕੀ ਸੀ, ਮੇਰਾ ਇੰਗਲਿਸ਼ ਦਾ ਪੇਪਰ ਸੀ ਫਾਈਨਲ ਤੇ ਮੈਂ ਲੇਟ ਹੋ ਗਿਆ, ਮੇਰੀ ਬੱਸ ਵੀ ਛੁੱਟ ਗਈ ਤੇ ਜਦ ਮੈਂ ਐਗਜ਼ਾਮ ਸੈਂਟਰ ਪਹੁੰਚਿਆ ਜਾਂ ਪਹੁੰਚੀ ਤਾਂ ਮੈਨੂੰ ਪੇਪਰ ਲਈ ਬੈਠਣ ਨਹੀਂ ਦਿੱਤਾ ਗਿਆ। ਮੈਂ ਪੇਪਰ ਵਿੱਚ ਵੀ ਫੇਲ ਹੋ ਗਈ ਤੇ ਮੈਨੂੰ ਇੰਬੈਰੈਸਮੈਂਟ ਹੋਈ, ਸ਼ਰਮਿੰਦਗੀ ਮਹਿਸੂਸ ਹੋਈ ਲੇਟ ਪਹੁੰਚਣ ਲਈ। ਆਓ ਇਹਨੂੰ ਲਿਖ ਲੈਂਦੇ ਆ। Third question, enlist the drawbacks of wasting time। ਸਮਾਂ ਬਰਬਾਦ ਕਰਨ ਦੀਆਂ ਕਮੀਆਂ ਜਾਂ ਨੁਕਸਾਨ ਬਾਰੇ ਦੱਸੋ। ਤਾਂ ਪਹਿਲੀ ਕਮੀ ਤਾਂ ਆਪਾਂ ਕਹਿ ਸਕਦੇ ਹਾਂ, we cannot complete our work on time। ਅਸੀਂ ਸਮੇਂ ਸਿਰ ਕੋਈ ਵੀ ਕੰਮ ਨਹੀਂ ਕਰ ਸਕਦੇ, ਸਾਡਾ ਕੰਮ ਸਮੇਂ ਸਿਰ ਪੂਰਾ ਨਹੀਂ ਹੋ ਪਾਏਗਾ। ਮਾਨਸਿਕ ਤਣਾਅ ਵੱਧਦਾ ਹੈ, ਅਸੀਂ ਆਪਣੇ ਮੁਕਾਮ ਤੱਕ ਵੀ ਨਹੀਂ ਪੁੱਜ ਸਕਾਂਗੇ ਤੇ ਆਪਣੀ ਕੰਮ ਕਰਨ ਦੀ ਸ਼ਮਤਾ ਵੀ ਘਟ ਜਾਏਗੀ ਤੇ ਨਾਲ ਦੀ ਨਾਲ ਸੈਲਫ ਕੌਨਫੀਡੈਂਸ ਵੀ ਘੱਟ ਹੋ ਜਾਏਗਾ ਜਦ ਸਾਡੇ ਤੋਂ ਕੋਈ ਕੰਮ ਹੋਏਗਾ ਹੀ ਨਹੀਂ, ਹੈ ਨਾ, ਜਦ ਆਪਾਂ ਸਮਾਂ ਬਰਬਾਦ ਕਰਾਂਗੇ। ਆਓ ਇਹਨਾਂ ਨੂੰ ਲਿਖ ਲੈਂਦੇ ਆ।
ਅੱਗੇ ਹੈ ਫਰਮ ਡਿਟਰਮੀਨੇਸ਼ਨ, ਪੱਕਾ ਇਰਾਦਾ। ਮੈਨੇਜਮੈਂਟ, ਜਿਹਦਾ ਮਤਲਬ ਹੁੰਦਾ ਹੈ ਸਭ ਕੁਝ ਸਾਂਭ ਲੈਣਾ ਜਾਂ ਫਿਰ ਪ੍ਰਬੰਧ ਕਰਨਾ। ਟਾਈਮ, ਸਮਾਂ। ਪ੍ਰਾਇੋਰਿਟੀ, ਕਿਸੇ ਚੀਜ਼ ਨੂੰ ਮਹੱਤਤਾ ਦੇਣਾ। ਪੰਚੁਅਲ, ਸਮੇਂ ਦੇ ਪਾਬੰਦ। I will become dash from today onwards. I will become punctual. आज तो मैं पंचुअल हो जाऊंगा। I will always complete my tasks on time. मैं समय से सारे काम कर लांगा। तीजा, I will follow time management. मैं समय की कदर करांगा ते समय से सारे काम करांगा। Fourth, I will complete my daily tasks on time by dividing these based on priority. कोई काम कितना जरूरी है ਉਹਦੀ ਇੱਕ ਲਿਸਟ ਜਾਂ ਰੂਚੀ ਬਣਾ ਕੇ मैं वो काम समय से खत्म करांगा। आगे है special suggestions from the teacher to the student. ਅਧਿਆਪਕ ਵੱਲੋਂ ਵਿਦਿਆਰਥੀਆਂ ਲਈ ਵਿਸ਼ੇਸ਼ ਸੁਝਾਅ। ਮੈਂ ਤਾਂ ਇਹ ਕਹਾਂਗੀ ਵੀ ਬਹੁਤ ਜ਼ਰੂਰੀ ਹੈ ਸਮੇਂ ਦੀ ਕਦਰ ਕਰਨਾ ਤੇ ਇਹਦੇ ਵਿੱਚ ਆਪਾਂ ਬਹੁਤ ਚੀਜ਼ਾਂ ਸਿੱਖ ਸਕਦੇ ਹਾਂ। ਸੈਲਫ ਕੌਨਫੀਡੈਂਸ ਆਏਗਾ, ਪਰਸਨੈਲਿਟੀ ਇੰਪਰੂਵ ਹੋਏਗੀ, ਸੈਲਫ ਡਿਗਨਿਟੀ ਇੰਪਰੂਵ ਹੋਏਗੀ, ਕੀ ਟੂ ਸਕਸੈਸ ਹੈ ਤੇ ਨਾਲ ਦੀ ਨਾਲ ਸਟ੍ਰੈਸ ਘੱਟ ਹੁੰਦਾ ਹੈ, ਪਰਫਾਰਮੈਂਸ ਵਧੀਆ ਹੋ ਜਾਂਦੀ ਹੈ ਜੇ ਤੁਸੀਂ ਸਮੇਂ ਦੀ ਕਦਰ ਕਰਦੇ ਹੋ। ਠੀਕ ਹੈ ਬੱਚੋ, ਇਹਨਾਂ ਨੂੰ ਮੈਂ ਲਿਖ ਵੀ ਦਿੰਦੀ ਹਾਂ। ਜਿਹਦਾ ਮਤਲਬ ਹੁੰਦਾ ਹੈ ਆਤਮ ਵਿਸ਼ਵਾਸ ਵੱਧਦਾ ਹੈ। ਇੰਪਰੂਵਸ ਆਰ ਪਰਸਨੈਲਿਟੀ ਦਾ ਮਤਲਬ ਹੁੰਦਾ ਹੈ ਸਾਡੀ ਸ਼ਖਸੀਅਤ ਨੂੰ ਸੁਧਾਰਦਾ ਹੈ। enhances self dignity ਦਾ ਮਤਲਬ ਸਵੈ ਮਾਣ ਨੂੰ ਵੀ ਵਧਾਉਂਦਾ ਹੈ। ਕੀ ਟੂ ਸਕਸੈਸ, ਸਮੇਂ ਦੀ ਕਦਰ ਕਰਨਾ ਬਹੁਤ ਜ਼ਰੂਰੀ ਹੈ, ਉਹੀ ਸਫਲਤਾ ਦੀ ਕੁੰਜੀ ਵੀ ਹੈ। reduces stress ਦਾ ਮਤਲਬ ਤਣਾਅ ਘੱਟ ਕਰਦਾ ਹੈ, ਘਟਾਉਂਦਾ ਹੈ। ਛੇਵਾਂ, परफॉर्मेंस इंप्रूव्स, इसका मतलब हैगा है कारगुजारी बेहतर हो जाती है। आपां किवें काम करदे हां ਉਹ ਹੋਰ ਵੀ ਵਧੀਆ ਹੋ ਜਾਂਦਾ ਹੈ ਜੇ ਆਪਾਂ ਸਮੇਂ ਦੀ ਕਦਰ ਕਰਦੇ ਹਾਂ ਤੇ ਸਮੇਂ ਸਿਰ ਸਾਰੇ ਕੰਮ ਕਰਦੇ ਹਾਂ। ਤੇ ਇਹ ਮੈਂ ਜਵਾਬ ਦਿੱਤਾ ਇਸ ਗੱਲ ਦਾ। ਹੁਣ ਇਹ ਹੋ ਗਿਆ ਚੈਪਟਰ ਸਾਡਾ ਖਤਮ। ਹੁਣ ਆਪਾਂ ਅਗਲੀ ਕਲਾਸ ਮਿਲਾਂਗੇ। ਤਦ ਤੱਕ ਧਿਆਨ ਰੱਖਿਓ ਆਪਣਾ। ਟੇਕ ਕੇਅਰ, ਬਾਏ ਬਾਏ।